ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਜਿਵੇਂ ਕਿ ਆਪ ਸੰਗਤਾਂ ਜਾਣਦੀਆਂ ਕਿ ਜਿਹੜੇ ਗੁਰਮੁਖ ਮਾਰਗ ਦੇ ਪਾਂਧੀ ਆ ਨਾ, ਜਦੋਂ ਭਜਨ ਸਿਮਰਨ ਕਰਦੇ ਆ, ਇੱਕ ਗੁਣ ਉਹਨਾਂ ਦੇ ਵਿੱਚ ਬੜਾ ਕੀਮਤੀ ਹੋਣਾ ਚਾਹੀਦਾ ਹੈ। ਜਿਵੇਂ ਕਹ ਲਓ ਕਿ ਉਸ ਗੁਣ ਨੂੰ ਉਹ ਨਾ ਸੰਭਾਲ ਕੇ ਰੱਖਣਾ ਉਹਨਾਂ ਵਾਸਤੇ ਸਭ ਤੋਂ ਵੱਧ ਜਿਹੜਾ ਉਹ ਕਾਰਗਲ ਲਾਭਦਾਇਕ ਸਿੱਧ ਹੁੰਦਾ ਹੈ। ਉਹ ਗੁਣ ਹੈ ਕਿ ਸਾਧਨਾ ਦੇ ਵਿੱਚ ਸਿਦਕ ਨੂੰ ਰੱਖਣਾ। ਹੁਣ ਜਿੱਥੇ ਸਿਦਕ ਆ ਜਾਵੇ ਨਾ, ਉੱਥੇ ਫਲ ਵੀ ਆਪਣੇ ਆਪ ਆ ਜਾਂਦਾ ਹੈ। ਸੋ ਦਾਸ ਅੱਜ ਸਾਧਨਾ ਦੇ ਵਿੱਚ ਸਿਦਕ ਦਾ ਕੀ ਫਲ ਹੁੰਦਾ ਹੈ, ਇਸ ਦੀ ਇੱਕ ਤਿਲ ਮਾਤਰ ਵਿਚਾਰ ਆਪ ਸਾਰੀਆਂ ਸੰਗਤਾਂ ਦੇ ਨਾਲ ਸਾਂਝਾ ਕਰਦਾ ਹੈਗਾ। ਸੋ ਦੇਖੋ, ਇਹ ਜਿਹੜੀ ਹੈ ਨਾ ਵਿਚਾਰ ਦਾਸ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਨ ਲੱਗਾ ਹੈਗਾ, ਇਹ ਪ੍ਰਮਾਣਿਕ ਤੌਰ ਦੇ ਉੱਤੇ ਜਿਹੜੀ ਹੈ ਨਾ ਆਪ ਦੇ ਪਾਸ ਰੱਖੇਗਾ, ਤਾਂ ਜੋ ਇਹ ਸੇਵਾ ਦੇ ਵਿੱਚ ਸਿਦਕ ਦਾ ਫਲ ਦਾ ਜਿਹੜਾ ਭਾਵ ਹੈਗਾ ਉਹ ਆਸਾਨੀ ਦੇ ਨਾਲ ਸਮਝ ਆਵੇ। ਸੋ ਇਹਦੇ ਨਾਲ ਹਨ ਦੋ ਘਟਨਾਵਾਂ ਜਿਹੜੀਆਂ ਸੰਬੰਧਿਤ ਹੈਗੀਆਂ, ਉਹਨਾਂ ਦੋ ਘਟਨਾਵਾਂ ਦਾ ਜ਼ਿਕਰ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ। ਹੁਣ ਜਿਹੜੀ ਪਹਿਲੀ ਘਟਨਾ ਹੈ ਉਹ ਹੈ ਹਰਭਜਨ ਸਿੰਘ ਸੋਢੀ ਹੋਣਾ ਦੀ। ਦੇਖੋ, ਹਰਭਜਨ ਸਿੰਘ ਜੀ ਸੋਢੀ ਜਦੋਂ ਡਲਹੌਜੀ ਰਹਿੰਦੇ ਹੁੰਦੇ ਸੀ ਆਰਮੀ ਦੇ ਅੰਦਰ, ਉਸ ਟਾਈਮ ਉਹ ਹਰੇਕ ਐਤਵਾਰ ਗੁਰਦੁਆਰੇ ਸਾਹਿਬ ਜਾਂਦੇ ਸੀ। ਜਦ ਗੁਰਦੁਆਰੇ ਸਾਹਿਬ ਜਾਂਦੇ ਸੀ, ਉੱਥੇ ਕਥਾ ਵਿਚਾਰ ਜਿਹੜੀ ਸੰਗਤਾਂ ਨਾਲ ਸਾਂਝੇ ਕਰਦੇ ਸੀਗੇ। ਇੱਕ ਵਾਰ ਹਰਭਜਨ ਸਾਹਿਬ ਹੁਣ ਜਿਹੜੇ ਹੈਗੇ ਆ, ਉਹ ਜਦ ਕਥਾ ਕਰ ਰਹੇ ਸੀ ਨਾ, ਉਹਨਾਂ ਨੇ ਕਥਾ ਜਿਹੜੀ ਸੀ ਕਬੀਰ ਸਾਹਿਬ ਜੀ ਦੇ ਇਸ ਸ਼ਲੋਕ 'ਚ ਕੀਤੀ ਕਿ ਕਬੀਰ ਸਾਧੂ ਕੋ ਮਿਲਣੇ ਜਾਈਏ, ਸਾਥ ਨਾ ਲੀਜੇ ਕੋਏ, ਪਾਸ਼ੇ ਪਾਉ ਨਾ ਦੀਜੀਏ, ਆਗੇ ਹੋਏ ਸੋ ਹੋਏ। ਇਸ ਦੇ ਉੱਤੇ ਉਹਨੇ ਹੈ ਨਾ ਇੱਕ ਵਿਚਾਰ ਜਿਹੜੀ ਸੀਗੀ ਬੜੀ ਖੋਲ੍ਹ ਕੇ ਗੁਰਦੁਆਰੇ ਸਾਹਿਬ ਦੇ ਵਿੱਚ ਸੰਗਤਾਂ ਦੇ ਸਨਮੁਖ ਜਿਹੜੀ ਸੀ ਉਹ ਪੇਸ਼ ਕੀਤੀ ਸੀ। ਹੁਣ ਇਸ ਵਿਚਾਰ ਵਿੱਚ ਉਹਨਾਂ ਨੇ ਸਿੱਧੇ ਤੌਰ 'ਤੇ ਇਹ ਗੱਲ ਆਖੀ ਸੀ ਕਿ ਜਦੋਂ ਅਸੀਂ ਗੁਰੂ ਘਰ ਆਉਣਾ ਹੋਵੇ, ਧੰਨ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਨ ਆਉਣਾ ਹੋਵੇ, ਕਮ ਸੇ ਕਮ ਉਸ ਟਾਈਮ ਜਦੋਂ ਅਸੀਂ ਘਰੋਂ ਤੁਰਨਾ ਹੈ ਨਾ, ਅਤੇ ਆਪਣੇ ਜਿਹੜੇ 5 ਸਾਥੀ ਹੈਗੇ ਜਿਹੜੇ 24 ਘੰਟੇ ਅੱਠੇ ਪਰ ਸਾਡੇ ਨਾਲ ਰਹਿੰਦੇ ਆ, ਇਹ ਸਾਡੇ ਸਾਥੀ ਹੈਗੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਬਸ ਇਹਨਾਂ ਨੂੰ ਇੱਕ ਨਿਵੇਦਨ ਕਰ ਦੇਣਾ ਹੈਗਾ, ਇੱਕ ਬੇਨਤੀ ਕਰ ਦੇਣੀ ਆ। ਉਹ ਕੀ ਆ, ਇਹਨਾਂ ਨੂੰ ਕਹਿ ਦੇਣਾ ਕਿ ਭਾਈ ਸਾਹਿਬ ਅੱਜ ਮੈਂ ਹੈ ਨਾ ਗੁਰਦੁਆਰੇ ਸਾਹਿਬ ਜਾਣ ਲੱਗਾ, ਇਸ ਕਰਕੇ ਹੈ ਨਾ 2 ਘੰਟੇ ਮੈਨੂੰ ਇਕੱਲਾ ਛੱਡ ਦਿਓ, ਅਤੇ ਜਦੋਂ ਮੈਂ ਗੁਰਦੁਆਰਾ ਸਾਹਿਬ ਤੋਂ ਆਊਂਗਾ ਹੈ ਨਾ, ਫਿਰ ਤੁਸੀਂ ਤਾਂ ਮੇਰੇ ਨਾਲ ਰਹਿਣਾ ਹੀ ਆ। ਕਹਿੰਦੇ ਇੰਨੀ ਕੁ ਬੇਨਤੀ ਜਿਹੜੀ ਹੈ ਨਾ ਇਹਨਾਂ ਨੂੰ ਜ਼ਰੂਰ ਕਰ ਦੇਣੀ ਚਾਹੀਦੀ ਆ। ਫਿਰ ਕਹਿੰਦੇ ਇਹ ਜਿਹੜੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਵਾਲੇ ਸਾਥੀ ਆ, ਇਹ ਕਹਿੰਦੇ ਇੰਨੀ ਕੁ ਬੇਨਤੀ ਸੁਣ ਕੇ ਹੈ ਨਾ ਇਸ ਤਰ੍ਹਾਂ ਵੀ ਮੰਨ ਜਾਂਦੇ ਆ ਜਿਵੇਂ ਜੇਲ੍ਹ ਦੇ ਵਿੱਚ ਜਿਹੜੇ ਖੂੰਖਾਰ ਕੈਦੀ ਆ ਨਾ, ਉਹਨਾਂ ਨੂੰ ਕੁਛ ਟਾਈਮ ਜਿਹੜੀ ਸਰਕਾਰ ਹੈਗੀ ਆ ਉਹ ਕੁਛ ਟਾਈਮ ਦੇ ਲਈ ਜਿਹੜਾ ਹੈ ਇਹ ਪੈਰੋਲ ਦੇ ਉੱਤੇ ਜਿਹੜੀ ਉਹ ਛੱਡ ਦਿੰਦੀ ਘਰ ਜਾਣ ਵਾਸਤੇ। ਫਿਰ ਦੇਖੋ, ਕਹਿੰਦੇ ਜਦੋਂ ਫਿਰ ਅਸੀਂ ਗੁਰਦੁਆਰੇ ਜਾਂਦੇ ਹਾਂ, ਇਹ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਜਿਹੜੇ ਜਰਨੈਲ ਹੈ ਕੁਛ ਟਾਈਮ ਵਾਸਤੇ ਸਾਨੂੰ ਜਿਹੜਾ ਹੈ ਨਾ ਉਹ ਛੱਡ ਦਿੰਦੇ ਆ। ਪਰ ਜਦੋਂ ਕਹਿੰਦੇ ਅਸੀਂ ਗੁਰਦੁਆਰਾ ਸਾਹਿਬ ਅੰਦਰ ਦਾਖਲ ਹੁੰਦੇ ਹਾਂ, ਬਾਕੀ ਤਾਂ ਸਭ ਪਿੱਛੇ ਹਟ ਜਾਂਦੇ ਆ, ਪਰ ਸਾਨੂੰ ਪਤਾ ਹੈਗਾ ਕਿ ਜਿਹੜਾ ਮਨ ਆ ਉਹ ਸਾਡੇ ਨਾਲ ਰਹਿੰਦਾ ਹੈਗਾ। ਜਦੋਂ ਕਹਿੰਦੇ ਮਨ ਸਾਡੇ ਨਾਲ ਰਹਿੰਦਾ ਹੈਗਾ, ਅਤੇ ਅਸੀਂ ਜਦੋਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਨਮੁਖ ਹੋ ਕੇ ਮੱਥਾ ਟੇਕਣ ਲੱਗਦੇ ਹਾਂ, ਉਸ ਟਾਈਮ ਅਸੀਂ ਜਿਹੜੀ ਮਨ ਦੀ ਮੌਜੂਦਗੀ ਆ ਇਹਨੂੰ ਦੇਖ ਕੇ ਥੋੜ੍ਹਾ ਮੁਸਕਰਾ ਪੈਂਦੇ ਹਾਂ, ਅਤੇ ਨਾਲ ਮਨ ਨੂੰ ਵੀ ਇਹ ਗੱਲ ਆਖ ਦਿੰਦੇ ਆ ਕਿ ਮਿੱਤਰਾ, ਜਨਮਾਂ ਜਮਾਂਤਰਾ ਤੂੰ ਦੇ ਨਾਲ ਤੂੰ ਸਾਡੇ ਨਾਲ ਰਿਹਾ ਹੈਗਾ, ਮੈਂ ਤੇਰੀ ਹਰੇਕ ਗੱਲ ਮੰਨੀ ਆ, ਪਰ ਤੂੰ ਅੱਜ ਮੇਰੀ ਇੱਕ ਗੱਲ ਮੰਨ ਲਾ। ਜਦ ਕਹਿੰਦੇ ਇੰਨੀ ਗੱਲ ਹੁੰਦੀ ਹੈ, ਫਿਰ ਮਨ ਸਾਨੂੰ ਪੁੱਛਦਾ ਵੀ ਦੱਸ ਕਿਹੜੀ ਗੱਲ ਤੇਰੀ ਮੰਨਾਂ। ਕਹਿੰਦੇ ਮੈਂ ਇਹ ਆਖ ਦਿੰਦਾ ਕਿ ਅੱਜ ਮੈਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ 'ਚ ਮੱਥਾ ਟੇਕਣਾ, ਅਤੇ ਤੂੰ ਵੀ ਮੇਰੇ ਨਾਲ ਟੇਕ ਦੇ, ਤਾਂ ਜੋ ਆਪਣਾ ਦੋਨਾਂ ਦਾ ਭਲਾ ਹੋ ਜਾਵੇ। ਕਹਿੰਦੇ ਇੰਨੀ ਗੱਲ ਜਦੋਂ ਅਸੀਂ ਕਹਿੰਦੇ ਹਾਂ ਤਾਂ ਮਨ ਜਿਹੜਾ ਹੈ ਨਾ ਕੁਛ ਟਾਈਮ ਸੋਚੀ ਪੈ ਜਾਂਦਾ, ਹੈਰਾਨ ਵੀ ਹੁੰਦਾ, ਪਰ ਫਿਰ ਅਸੀਂ ਜਦੋਂ ਥੋੜ੍ਹਾ ਜਿਹਾ ਜ਼ਿਆਦਾ ਉਹਨੂੰ ਕਹਿ ਦਿੰਦੇ ਹਾਂ ਕਿ ਬਸ 1 ਮਿੰਟ ਦਾ ਕੰਮ ਆ, ਕਿ ਤੇਰੇ ਢੈਣ 'ਚ ਡੇਰ ਵਾ, ਅਤੇ ਉਸ ਵਾਹਿਗੁਰੂ ਪਰਮੇਸ਼ਰ ਨੂੰ ਬਖਸ਼ਣ ਵਿੱਚ ਡੇਰ ਨਹੀਂ ਹੈ। ਕਹਿੰਦੇ ਜਦੋਂ ਇੰਨੀ ਗੱਲ ਹੁੰਦੀ ਆ ਤਾਂ ਕਹਿੰਦੇ ਮਨ ਜਿਹੜਾ ਹੈ ਨਾ ਇਸ ਗੱਲ ਨੂੰ ਮੰਨ ਜਾਂਦਾ ਵੀ ਚਲੋ 2-4 ਸੈਕਿੰਡ ਦੀ ਗੱਲ ਹੈ। ਕਹਿੰਦੇ ਜਦੋਂ ਅਸੀਂ ਮੱਥਾ ਟੇਕਦੇ, ਅਗਰ ਮਨ ਵੀ ਮੰਨ ਕੇ ਮੱਥਾ ਟੇਕ ਜਾਵੇ ਹੈ ਨਾ, ਫਿਰ ਉਸ ਟਾਈਮ ਗੁਰੂ ਦੀ ਜਿਹੜੀ ਪ੍ਰਸੰਨਤਾ ਹੈਗੀ, ਖੁਸ਼ੀ ਹੈਗੀ ਹੈ ਨਾ, ਡਾਢੀ ਜਿਹੜੀ ਹੈਗੀ ਆ ਉਹ ਫਿਰ ਕਹਿੰਦੇ ਸਾਨੂੰ ਪ੍ਰਾਪਤ ਹੋ ਜਾਂਦੀ ਹੈ। ਫਿਰ ਸਾਨੂੰ ਗੁਰੂ ਦੀ ਅਸੀਸ ਵੀ ਮਿਲ ਜਾਂਦੀ, ਗੁਰੂ ਦਾ ਪਿਆਰ ਵੀ ਮਿਲ ਜਾਂਦਾ ਹੈਗਾ, ਅਤੇ ਮਨ ਜਿਹੜਾ ਅੰਦਰ ਹੈਗਾ ਉਹ ਗੁਰੂ ਦੇ ਪਿਆਰ ਦੇ ਨਾਲ ਭਰ ਜਾਂਦਾ, ਹਲਕਾ ਫੁੱਲ ਹੋ ਜਾਂਦਾ, ਸੁਗੰਧਿਤ ਹੋ ਜਾਂਦਾ। ਫਿਰ ਇਹ ਗੱਲ ਜਿਹੜਾ ਹੈ ਨਾ ਮਨ ਵੀ ਜਾਣ ਲੈਂਦਾ ਕਿ ਵਾਕਿਆ ਇਹ ਗੱਲ ਠੀਕ ਹੈਗੀ ਆ। ਦੇਖੋ, ਅਸੀਂ ਗੁਰੂ ਘਰ ਜਾਂਦੇ ਹਾਂ, ਤਨ ਕਰਕੇ ਤਾਂ ਮੱਥਾ ਟੇਕ ਲੈਂਦੇ ਹਾਂ, ਪਰ ਜਿਹੜਾ ਮਨ ਹੈ ਨਾ ਉਹ ਸਾਡਾ ਮੱਥਾ ਨਹੀਂ ਟੇਕਦਾ। ਉਹ ਸਾਨੂੰ ਕਹਿ ਦਿੰਦਾ ਕਿ ਭਾਈ ਤੂੰ ਮੱਥਾ ਟੇਕਣਾ ਠੀਕ ਹੈ, ਪਰ ਮੈਂ ਤੇਰੇ ਨਾਲ ਮੱਥਾ ਨਹੀਂ ਟੇਕਣਾ। ਪਰ ਅਗਰ ਮਨ ਵੀ ਸਾਡੇ ਨਾਲ ਮੱਥਾ ਟੇਕਣ 'ਚ ਸ਼ਾਮਲ ਹੋ ਜਾਵੇ, ਅਤੇ ਫਿਰ ਗੁਰੂ ਦੀ ਜਿਹੜੀ ਬਖਸ਼ਿਸ਼ ਕਿਰਪਾ ਨਾ ਸਾਡੇ ਝੋਲੀ ਪੈ ਜਾਂਦੀ ਹੈ। ਜਦੋਂ ਕਹਿੰਦੇ ਇਸ ਤਰ੍ਹਾਂ ਦੀ ਵਿਚਾਰ ਜਿਹੜੀ ਸੀ ਮੈਂ ਗੁਰੂ ਘਰ ਦੇ ਵਿੱਚ ਜਿਹੜੀ ਸੀ ਸੰਗਤਾਂ ਦੇ ਸਨਮੁਖ ਜਿਹੜੀ ਸੀ ਰੱਖੀ ਸੀ,
ਉਸ ਤੋਂ ਬਾਅਦ ਕਹਿੰਦੇ ਵੀ ਦੇਖੋ ਸਾਰੀ ਸੰਗਤ ਨੇ ਸੁਣੀ ਆ, ਪਰ ਇਹ ਜਿਹੜੀ ਵਿਚਾਰ ਸੀ, ਇੱਕ ਸਾਡੇ ਕਹਿੰਦੇ ਫੌਜ ਦੇ ਵਿੱਚ ਸਿਪਾਹੀ ਭਰਤੀ ਹੁੰਦਾ ਸੀਗਾ, ਜਿਹੜਾ ਸਿਪਾਹੀ ਭਰਤੀ ਬੰਦਾ ਸੀ ਉਹਦਾ ਨਾਂ ਸੀ ਹਰਦਿਆਲ, ਇਹ ਜਿਹੜਾ ਸੀ ਲੈਸ ਨਾਇਕ ਸੀਗਾ। ਬਸ ਕਹਿੰਦੇ ਇਹ ਵਿਚਾਰ ਉਹਦੇ ਹਿਰਦੇ ਦੇ ਅੰਦਰ ਘਰ ਕਰ ਗਈ। ਅਗਲੇ ਐਤਵਾਰ ਕਹਿੰਦੇ ਜਦ ਗੁਰੂ ਘਰ ਦੇ ਵਿੱਚ ਆਇਆ ਤਾਂ ਪੂਰੀ ਤਿਆਰੀ ਨਾਲ ਆਇਆ। ਕਹਿੰਦੇ ਆ ਕੇ ਹੈ ਨਾ ਹਰਦਿਆਲ ਨੇ ਕਹਿੰਦੇ ਮੱਥਾ ਟੇਕਿਆ। ਜਦੋਂ ਹਰਦਿਆਲ ਹੁਣੀ ਕਹਿੰਦੇ ਮੱਥਾ ਟੇਕਿਆ 8 ਵਜੇ ਕਹਿੰਦੇ ਉਹਨੂੰ ਮੱਥਾ ਟੇਕਿਆ। ਜਿਉਂ ਕਹਿੰਦੇ ਮੱਥਾ ਟੇਕ ਕੇ ਲੰਮੇ ਪਏ, ਬਸ ਲੰਮੇ ਹੀ ਪਏ ਰਹੇ। ਪਰ ਬਹੁਤ ਸਾਰੇ ਜਿਹੜੇ ਪ੍ਰੇਮੀ ਸੀ ਉਹਨਾਂ ਨੇ ਜਦ ਦੇਖਿਆ ਕਿ ਉਹਨੂੰ ਕਾਫੀ ਜਿਹੜਾ ਲੰਮੇ ਪਿਆ ਹੋਇਆ, ਉੱਠਿਆ ਨਹੀਂ ਹਰਦਿਆਲ। ਕਹਿੰਦੇ ਜਦੋਂ ਉਠਾਲਣ ਦਾ ਯਤਨ ਕੀਤਾ, ਹਰਭਜਨ ਸਿੰਘ ਜੀ ਸੋਢੀ ਕਹਿਣ ਲੱਗੇ ਕਿ ਮੈਂ ਉਂਗਲੀ ਦਾ ਇਸ਼ਾਰਾ ਕਰਤਾ ਵੀ ਨਾ ਉਠਾਲੋ। ਕਹਿੰਦੇ 8 ਵੱਜ ਗਏ, 8 ਤੋਂ ਕਹਿੰਦੇ ਫਿਰ 8:30 ਸ਼ੁਰੂ ਹੋ ਗਏ, ਅੱਧਾ ਘੰਟਾ ਹੋ ਗਿਆ, ਕਹਿੰਦੇ ਉਹ ਨਹੀਂ ਉੱਠਿਆ। ਉਸ ਤੋਂ ਬਾਅਦ ਕਹਿੰਦੇ ਕੀਰਤਨ ਦੀ ਸਮਾਪਤੀ ਹੋਈ। ਜਦ ਸਮਾਪਤੀ ਹੋਈ ਤਾਂ ਕਹਿੰਦੇ ਫਿਰ ਜਿਹੜੇ ਸੀਗੇ ਕਹਿੰਦੇ ਉਹ 9 ਵੱਜ ਗਏ। ਉਹ ਉਸੇ ਤਰ੍ਹਾਂ ਲੰਮਾ ਜਿਹੜਾ ਸੀ ਡੰਡੌਤ ਬੰਦ ਹੋ ਕੇ ਪਿਆ ਰਿਹਾ। ਉਸ ਤੋਂ ਬਾਅਦ ਕਹਿੰਦੇ ਫਿਰ ਅਰਦਾਸਾ ਸ਼ੁਰੂ ਹੋ ਗਿਆ। ਫਿਰ ਵੀ ਕਹਿੰਦੇ ਇੱਕ ਸਿੰਘ ਨੇ ਕੋਸ਼ਿਸ਼ ਕੀਤੀ ਵੀ ਉਹਨੂੰ ਉਠਾ ਦੇ, ਵੀ ਅਰਦਾਸ ਹੋਣ ਲੱਗੀ। ਕਹਿੰਦੇ ਫਿਰ ਮੈਂ ਇਸ਼ਾਰਾ ਕੀਤਾ ਕਿ ਨਹੀਂ, ਇਹ ਅਗਰ ਲੰਮਾ ਪਿਆ ਹੈਗਾ ਇਹਨੂੰ ਪਿਆ ਰਹਿਣ ਦਿਓ। ਅਰਦਾਸ ਤੋਂ ਬਾਅਦ ਦੇਖੇ ਕਹਿੰਦੇ ਕੜਾ ਪ੍ਰਸ਼ਾਦੀ ਦੇਗ ਵਰਤਾਈ ਗਈ, ਪਰ ਜਿਹੜਾ ਵਰਤਾਰਾ ਸੀ ਉਹਨੇ ਵੀ ਉਹਨੂੰ ਪ੍ਰਸ਼ਾਦ ਦੇਣਾ ਚਾਹਿਆ ਉਠਾ ਕੇ, ਪਰ ਕਹਿੰਦੇ ਮੈਂ ਫਿਰ ਇਸ਼ਾਰਾ ਕੀਤਾ, ਫਿਰ ਉਹ ਲੰਮਾ ਪਿਆ ਰਿਹਾ। ਗੱਲ ਕੀ ਉਹ ਜਿਉਂ ਲੰਮਾ ਪਿਆ 8 ਵਜੇ ਦਾ ਕਹਿੰਦੇ ਪਿਆ ਰਿਹਾ, ਅਤੇ ਜਿਹੜੀ ਸੰਗਤ ਸੀਗੀ ਪ੍ਰਸ਼ਾਦ ਲੈ ਕੇ ਕਹਿੰਦੇ ਉਹ ਗੁਰਦੁਆਰੇ ਸਾਹਿਬ ਤੋਂ ਆਪਣੇ ਘੜਾ ਨੂੰ ਵੀ ਵਾਪਸ ਮੁੜ ਗਈ। ਅਤੇ ਸੋਢੀ ਸਾਹਿਬ ਹੁਣ ਕਹਿਣ ਲੱਗੇ ਕਹਿੰਦੇ ਵੀ ਮੈਂ ਵੀ ਹੈ ਨਾ ਆਪਣੇ ਬਾਥਰੂਮ ਚਲ ਗਿਆ। ਜਦ ਕਹਿੰਦੇ ਮੈਂ ਬਾਥਰੂਮ ਪਿਸ਼ਾਬ ਕਰਨ ਵਾਸਤੇ ਗਿਆ ਅਤੇ ਫਿਰ ਮੈਨੂੰ ਉੱਥੇ ਪਤਾ ਲੱਗਾ ਕਿ ਹਰਦਿਆਲ ਸਿੰਘ ਜਿਹੜਾ ਹੁਣ ਉੱਠ ਕੇ ਬੈਠ ਗਿਆ ਹੈਗਾ। ਕਹਿੰਦੇ ਉੱਠ ਕੇ ਬੈਠ ਗਿਆ। ਜਦੋਂ ਕਹਿੰਦੇ ਮੈਂ ਪਿਸ਼ਾਬ ਕਰਕੇ ਕਹਿੰਦੇ ਉਹ ਬਾਥਰੂਮ 'ਚੋਂ ਬਾਹਰ ਨਿਕਲਣ ਲੱਗਾ ਅਤੇ ਉੱਥੇ ਉਹ ਹਰਦਿਆਲ ਸਿੰਘ ਕਹਿੰਦੇ ਦੌੜਾ ਆਇਆ, ਆ ਕੇ ਸਿੱਧਾ ਮੇਰੇ ਪੈਰਾਂ ਦੇ ਉੱਤੇ ਲੰਮਾ ਪੈ ਗਿਆ। ਪੈਰਾਂ 'ਤੇ ਲੰਮਾ ਪੈ ਗਿਆ, ਕਹਿੰਦੇ ਕੁਛ ਨਹੀਂ ਬੋਲਿਆ। ਅਤੇ ਕਹਿੰਦੇ ਉੱਦਾਂ ਉਹ ਬਰਾਗ ਦੇ ਵਿੱਚ ਹੈ ਨਾ ਉਹਦੇ ਹੰਝੂ ਕਰਦੇ ਸੀ। ਕਹਿੰਦੇ ਇਹਨੇ ਮੇਰੇ ਪੈਰ ਫੜ ਲਿਆ। ਕਹਿੰਦੇ ਮੈਂ ਬੜੇ ਪਿਆਰ ਦੇ ਨਾਲ ਸੋਢੀ ਸਾਹਿਬ ਕਹਿਣ ਲੱਗੇ ਮੈਂ ਉਹਨੂੰ ਉਠਾ ਲਿਆ, ਆਪਣੇ ਘਰ ਲੈ ਗਿਆ। ਰਸਤੇ ਦੇ ਵਿੱਚ ਕਹਿੰਦੇ ਹਰਦਿਆਲ ਸਿੰਘ ਨੇ ਕੋਈ ਗੱਲ ਨਹੀਂ ਬੰਨਾ ਕੀਤੀ, ਮੇਰੇ ਨਾਲ ਤੁਰਾ ਗਿਆ ਅਤੇ ਨਾਲ ਤੁਰਾ ਗਿਆ। ਕਹਿੰਦੇ ਘਰ ਛੱਡ ਕੇ ਹੈ ਨਾ ਉਹ ਇਸ ਤਰ੍ਹਾਂ ਮੱਥਾ ਟੇਕੇ ਕਹਿੰਦੇ ਵਾਪਸ ਜਿਹੜਾ ਸੀ ਡਲਹੌਜੀ ਆਪਣੀ ਯੂਨਿਟ 'ਚ ਚਲਾ ਗਿਆ। ਜਦ ਯੂਨਿਟ 'ਚ ਚਲੇ ਗਿਆ ਉਸ ਤੋਂ ਬਾਅਦ ਕਹਿੰਦੇ ਮੈਂ ਕੀ ਦੇਖਿਆ ਕਿ ਇਸ ਘਟਨਾ ਤੋਂ ਬਾਅਦ, ਮੱਥੇ ਟੇਕਣ ਦੀ ਘਟਨਾ ਤੋਂ ਬਾਅਦ ਹਰਦਿਆਲ ਸਿੰਘ ਦੀਆਂ ਅੱਖਾਂ ਦੇ ਵਿੱਚ ਜਿਹੜੀ ਸੀ ਬੜੀ ਭਰੀ ਚਮਕ ਸੀ, ਬੜਾ ਜਲੌਦ ਸੀਗਾ। ਕਹਿੰਦੇ ਬਸ ਉਹਦੀ ਐਸੀ ਅਵਸਥਾ ਬਦਲੀ ਸੀ ਹੈ ਨਾ, ਬਸ ਇੱਕ ਸਧਾਰਨ ਆਦਮੀ ਤੋਂ ਉਹਦੀ ਜਿਹੜੀ ਬਿਰਤੀ ਸੀ ਉਹ ਸੰਤ ਸੁਭਾਅ ਦੀ ਹੋ ਗਈ। ਕਹਿੰਦੇ ਉਹਨੇ ਜਿਹੜੀ ਸੀ ਆਮ ਜਿਹੜੀ ਪਹਿਲਾਂ ਗੱਲਬਾਤ ਕਰਦੇ ਸੀ ਸੱਜਣਾ ਮਿੱਤਰਾਂ ਨਾਲ ਗੱਲਬਾਤ ਕਰਨੀ ਬੰਦ ਕਰ ਦਿੱਤੀ। ਚਤਰਾਈਆਂ ਜਿਹੜੀਆਂ ਸੀਗੀਆਂ ਸਿਆਣਪਾਂ ਸਾਰੀਆਂ ਤਿਆਗ ਦਿੱਤੀਆਂ। ਜਦੋਂ ਕਹਿੰਦੇ ਉਹਦੀ ਡਿਊਟੀ ਹੋਣੀ, ਡਿਊਟੀ ਬੜੀ ਉਹਨੇ ਇਮਾਨਦਾਰੀ ਨਾਲ ਕਰਨੀ, ਪਰ ਕਿਸੇ ਨਾਲ ਕੋਈ ਬਹੁਤੀ ਗੱਲਬਾਤ ਨਹੀਂ ਕਰਨੀ। ਜਦ ਕਹਿੰਦੇ ਉਹਨੇ ਗੱਲਬਾਤ ਕਰਨੀ ਛੱਡ ਦਿੱਤੀ, ਪੂਰਾ ਚੁੱਪ ਹੋ ਗਿਆ ਹੈ ਨਾ। ਅਤੇ ਉਹਦੇ ਜਿਹੜੇ ਦੋਸਤ ਮਿੱਤਰ ਸੀ, ਕਹਿੰਦੇ ਜਿਹੜੇ ਦੋਸਤ ਮਿੱਤਰ ਸੀ ਉਹਨਾਂ ਨੇ ਹੈ ਨਾ ਹਰਦਿਆਲ ਸਿੰਘ ਦੀ ਗੱਲ ਜਿਹੜੀ ਸੀ ਉੱਥੇ ਦੇ ਜਿਹੜੇ ਕਮਾਂਡਰ ਇੰਚਾਰਜ ਵੱਡੇ ਅਫਸਰ ਸੀ ਉਹਦੇ ਨਾਲ ਕੀਤੀ ਕਿ ਹਰਦਿਆਲ ਸਿੰਘ ਪਹਿਲਾਂ ਤਾਂ ਬਹੁਤ ਗੱਲਬਾਤ ਕਰਦਾ ਸੀਗਾ, ਪਰ ਅੱਜ ਕੱਲ੍ਹ ਬਿਲਕੁਲ ਚੁੱਪ ਕਰ ਗਿਆ। ਪਤਾ ਨਹੀਂ ਉਹਦੇ ਅੰਦਰ ਕਿਹੜੀ ਐਸੀ ਗਹਿਰੀ ਜਿਹੜੀ ਹੈ ਨਾ ਸੱਟ ਵਾ ਜਾਂ ਚੋਟ ਆ, ਕੋਈ ਐਸੀ ਗੱਲ ਜਿਹੜੀ ਉਹ ਬੈਠ ਗਈ ਆ ਕਿ ਉਹ ਆਮ ਕਿਸੇ ਨੂੰ ਬੁਲਾਉਂਦਾ ਨਹੀਂ। ਹਾਂ, ਡਿਊਟੀ ਬੜੀ ਇਮਾਨਦਾਰੀ ਨਾਲ ਕਰਦਾ, ਸਾਰੇ ਕੰਮ ਕਰਦਾ ਹੈਗਾ, ਲੇਕਿਨ ਚੁੱਪ ਚਪੀਤਾ ਕਰ ਰਿਹਾ, ਇੱਕ ਮਸਤੀ 'ਚ ਕਰ ਰਿਹਾ ਹੈਗਾ। ਕਹਿੰਦੇ ਜਦੋਂ ਇੰਨੀ ਗੱਲ ਹੋਈ ਤਾਂ ਜਿਹੜਾ CEO ਉੱਥੇ ਦਾ ਬੜਾ ਅਫਸਰ ਕਮਾਂਡਰ ਅਫਸਰ ਸੀ, ਕਹਿੰਦੇ ਉਹਨੂੰ ਸ਼ੱਕ ਜਿਹਾ ਪਿਆ ਕਿ ਹੋ ਸਕਦਾ ਹੈਗਾ ਹਰਦਿਆਲ ਸਿੰਘ ਦੇ ਦਿਮਾਗ ਦੇ ਅੰਦਰ ਕੋਈ ਨੁਕਸ ਪੈ ਗਿਆ ਹੋਵੇ ਜਾਂ ਉਹਨੂੰ ਕੋਈ ਪਾਗਲਪਨ ਦਾ ਇਸ ਤਰ੍ਹਾਂ ਦਾ ਕੋਈ ਦੌਰਾ ਨਾ ਪੈ ਜਾਵੇ। ਇਸ ਕਰਕੇ ਕਹਿੰਦੇ ਉਹਨੇ ਕੀ ਕੀਤਾ, ਇੱਕ ਚਿੱਠੀ ਲਿਖ ਕੇ ਹੈ ਨਾ ਹੌਸਪੀਟਲ ਭੇਜ ਦਿੱਤੀ। ਜਦ ਹੌਸਪੀਟਲ ਭੇਜੀ ਤਾਂ ਹਰਦਿਆਲ ਸਿੰਘ ਨੂੰ ਹੌਸਪੀਟਲ ਚੈੱਕ ਕਰਨ ਵਾਸਤੇ ਭੇਜਿਆ। ਜਦ ਚੈੱਕ ਕਰਨ ਵਾਸਤੇ ਭੇਜਿਆ ਤਾਂ ਹੌਸਪੀਟਲ ਜਿਹੜੇ ਅਫਸਰ ਡਾਕਟਰ ਸੀਗੇ ਉਹਨਾਂ ਨੇ ਹਰਦਿਆਲ ਸਿੰਘ ਦਾ ਮਿਆਨਾ ਕੀਤਾ। ਜਦ ਪੂਰਾ ਚੈੱਕਅਪ ਕੀਤਾ, ਚੈੱਕਅਪ ਕਰਨ ਤੋਂ ਬਾਅਦ ਕਹਿੰਦੇ ਵੀ ਉਹਨਾਂ ਨੂੰ ਹੈ ਨਾ ਇਸ ਤਰ੍ਹਾਂ ਦੀ ਕੋਈ ਬਿਮਾਰੀ ਉਹ 'ਚ ਨਜ਼ਰ ਨਹੀਂ ਆਈ। ਜਦ ਨਜ਼ਰ ਨਹੀਂ ਆਈ ਫਿਰ ਕਹਿੰਦੇ ਕੀ ਹੋਇਆ ਕਿ ਹਰਦਿਆਲ ਸਿੰਘ ਦਾ ਵਤੀਰਾ ਜਿਹੜਾ ਸੀ ਉਸ ਤਰ੍ਹਾਂ ਰਿਹਾ ਹੈਗਾ। ਉਹਨੇ ਚੁੱਪ ਰਹਿਣਾ, ਕੋਈ ਦਿਨ ਕੰਮ ਨਹੀਂ ਕਰਨਾ, ਕਿਸੇ ਤਰ੍ਹਾਂ ਦੀ ਕੋਈ ਜਿਹੜੀ ਸੀਗੀ ਉਹ ਚਤਰਾਈ ਦਿਖਾਵਾ ਇਸ ਤਰ੍ਹਾਂ ਦੀ ਕੋਈ ਕੰਮ ਨਹੀਂ ਕਰਨੀ, ਆਪਣੀ ਮਸਤੀ 'ਚ ਰਹਿਣਾ ਸ਼ੁਰੂ ਕਰ ਦਿੱਤਾ ਉਹਨੇ। ਉਸ ਤੋਂ ਬਾਅਦ ਕਹਿੰਦੇ ਜਿਹੜੇ ਦੋਸਤ ਮਿੱਤਰ ਉਹਨੂੰ ਪਿਆਰ ਕਰਦੇ ਸੀ ਉਹਨਾਂ ਨੂੰ ਹਰਦਿਆਲ ਸਿੰਘ ਦੀ ਚਿੰਤਾ ਹੋਣ ਲੱਗ ਪਈ ਕਿ ਐਸੀ ਕਿਹੜੀ ਗੱਲ ਹਰਦਿਆਲ ਸਿੰਘ ਤੋਂ ਹੋਈ ਆ ਕਿ ਬਿਲਕੁਲ ਚੁੱਪ ਕਰ ਗਿਆ ਹੈਗਾ। ਬਸ ਫੇਰ ਕੀ ਸੀ, ਕਹਿੰਦੇ ਜਿਹੜੇ ਵੱਡੇ ਅਫਸਰ ਸੀ ਉਹਨਾਂ ਨੇ ਕੀ ਕੀਤਾ ਕਿ ਹੋਵੇ ਨਾ ਇਹਦਾ ਜਿਹੜਾ ਮਿਆਨਾਂ ਦੁਆਰਾ ਹੈ ਨਾ ਇਹਦੀ ਜਿਹੜੀ ਚੈੱਕਅਪ ਹੈਗੀ ਆ ਉਹ ਜਲੰਧਰ ਹੌਸਪੀਟਲ ਜਿਹੜਾ ਹੈਗਾ ਉੱਥੇ ਮਿਲਟਰੀ ਜਿਹੜਾ ਉੱਥੇ ਕਰਾਈ ਜਾਵੇ। ਕਹਿੰਦੇ ਉਹ ਨਹੀਂ ਹੈ ਨਾ ਜਲੰਧਰ ਜਿਹੜਾ ਸੀ ਮੈਂਟਲ ਹੌਸਪੀਟਲ ਜਿਹੜਾ ਵਾਰਡ ਸੀਗਾ, ਹਰਦਿਆਲ ਸਿੰਘ ਨੂੰ ਜਿਹੜਾ ਉੱਥੇ ਭੇਜਣ ਲਈ ਚਿੱਠੀ ਲਿਖ ਦਿੱਤੀ। ਜਦ ਚਿੱਠੀ ਲਿਖੀ ਅਤੇ ਕਹਿੰਦੇ ਫਿਰ ਡਾਕਟਰ ਨੇ ਕਹਿ ਤਾ ਕਿ ਇਸ ਹੌਸਪੀਟਲ 'ਚ ਹਜੇ ਕੋਈ ਬੈੱਡ ਖਾਲੀ ਨਹੀਂ ਹੈ, ਜਿੱਦਣ ਬੈੱਡ ਖਾਲੀ ਹੋ ਗਿਆ ਅਸੀਂ ਹਰਦਿਆਲ ਸਿੰਘ ਨੂੰ ਜਲੰਧਰ ਬੁਲਾ ਲਵਾਂਗੇ। ਕਹਿੰਦੇ ਮੁੜ ਕੇ ਫੇਰ ਨੂੰ ਡਲਹੌਜੀ ਭੇਜ ਦਿੱਤਾ।
जब डलहौजी गया तो पर अफसर ਨੂੰ ਮਨ 'ਚ ਡਰ ਹੋ ਗਿਆ ਵੀ ਕਿਤੇ ਦੌੜ ਨਾ ਜਾਵੇ, ਰਾਤੋਂ ਰਾਤ ਕੋਈ ਐਸੀ ਗੱਲ ਨਾ ਹੋ ਜਾਵੇ। ਇਸ ਕਰਕੇ ਉਹਨੇ ਕੀ ਕੀਤਾ, ਇਹਦੀ ਹਿਫਾਜ਼ਤ ਦੇ ਵਾਸਤੇ ਹੈ ਨਾ 2 ਸਿਪਾਹੀ ਜਿਹੜੇ ਗਾਰਡ ਨਾਲ ਲਾਤੇ। ਜਦ ਹਰਦਿਆਲ ਸਿੰਘ ਦੇ ਨਾਲ 2 ਗਾਰਡ ਲੱਗੇ, ਹੁਣ ਗਾਰਡਾਂ ਨੇ ਹਰਦਿਆਲ ਸਿੰਘ ਨੂੰ ਚਾਹ ਵੀ ਪਿਲਾਉਣੀ, ਰੋਟੀ ਵੀ ਖਿਲਾਉਣੀ। ਹਰਦਿਆਲ ਸਿੰਘ ਨੇ ਜਿਹੜੀ ਚੁੱਪ ਚਪੀਤੇ ਚਾਹ ਵੀ ਪੀ ਲੈਣੀ, ਰੋਟੀ ਵੀ ਖਾ ਲੈਣੀ, ਪਰ ਕਿਸੇ ਨਾਲ ਗੱਲਬਾਤ ਨਹੀਂ ਕਰਨੀ। ਇਸ ਤਰ੍ਹਾਂ ਕਰਦਿਆਂ ਕਰਦਿਆਂ ਜਦ ਟਾਈਮ ਪਾਸ ਹੋਣ ਲੱਗਾ, 2 ਮਹੀਨੇ ਇਸ ਤਰ੍ਹਾਂ ਲੰਘ ਗਏ। 2 ਮਹੀਨੇ ਬਾਅਦ ਜਲੰਧਰੋਂ ਚਿੱਠੀ ਆ ਗਈ ਕਿ ਇੱਕ ਬੈੱਡ ਖਾਲੀ ਹੋ ਗਿਆ, ਇਸ ਕਰਕੇ ਹਰਦਿਆਲ ਸਿੰਘ ਨੂੰ ਜਲੰਧਰ ਭੇਜ ਦਿਓ। ਦੇਖੋ ਐਂਬੂਲੈਂਸ ਰਾਹੀਂ ਹਰਦਿਆਲ ਸਿੰਘ ਨੂੰ ਜਲੰਧਰ ਭੇਜਿਆ ਗਿਆ। ਜਦ ਜਲੰਧਰ ਆ ਗਿਆ ਇੱਥੇ ਤਾਂ ਇਹਦਾ ਪੂਰਾ ਚੈੱਕਅਪ ਕੀਤਾ ਗਿਆ। ਜਦ ਚੈੱਕਅਪ ਕੀਤਾ ਗਿਆ, ਚੈੱਕਅਪ ਕਰਨ ਤੋਂ ਬਾਅਦ ਫਿਰ ਜਾਣੀ ਕਿ ਦੇਖਿਆ ਵੀ ਬਿਲਕੁਲ ਨੋਰਮਲ ਹੋਆ। ਅਸਲ ਦੇ ਵਿੱਚ ਗੱਲ ਪਤਾ ਨਹੀਂ ਉਹਨੂੰ ਕੀ ਆ। ਅਤੇ ਜਲੰਧਰ ਹੌਸਪੀਟਲ ਵਾਲਿਆਂ ਨੇ ਨਾ ਫਿਰ ਇਹਨੂੰ ਜਿਹੜਾ ਸੀਗਾ ਉਹ ਸਰਟੀਫਿਕੇਟ ਦਿੱਤਾ ਵੀ ਇਹਨੂੰ ਜਾਣੀ ਕਿਸੇ ਕਿਸਮ ਦੀ ਕੋਈ ਬਿਮਾਰੀ ਨਹੀਂ ਹੈ। ਜਦ ਸਰਟੀਫਿਕੇਟ ਦੇ ਦਿੱਤਾ ਅਤੇ ਮੁੜ ਕੇ ਫਿਰ ਡਲਹੌਜੀ ਭੇਜਿਆ। ਜਦ ਡਲਹੌਜੀ ਭੇਜਿਆ ਤਾਂ ਫਿਰ ਸੋਢੀ ਸਾਹਿਬ ਕਹਿਣ ਲੱਗੇ ਕਿ ਮੈਂ ਵੀ ਕਿਸੇ ਆਪਣੇ ਨਿੱਜੀ ਕੰਮ ਵਾਸਤੇ ਜਦ ਜਿਹੜਾ ਸੀਗਾ ਉਹ ਡਲਹੌਜੀ ਹੌਸਪੀਟਲ ਗਿਆ, ਉੱਥੇ ਹਰਦਿਆਲ ਸਿੰਘ ਮੈਨੂੰ ਫੇਰ ਮਿਲਿਆ। ਜਦੋਂ ਕਹਿੰਦੇ ਉਹਨੂੰ ਮਿਲਿਆ, ਜਦ ਹਰਦਿਆਲ ਸਿੰਘ ਨੇ ਮੈਨੂੰ ਹੌਸਪੀਟਲ ਦੇ ਵਿੱਚ ਦੇਖਿਆ, ਕਹਿੰਦੇ ਆਪਣੇ ਬੈੱਡ ਤੋਂ ਦੌੜ ਪਿਆ। ਜਦ ਦੌੜਾ ਤਾਂ ਕਹਿੰਦੇ ਇਹਦੇ ਨਾਲ ਜਿਹੜੇ ਗਾਰਡ ਸੀਗੇ 2 ਨੇ ਦਿੱਤੇ, ਉਹ ਵੀ ਇਹਦੇ ਪਿੱਛੇ ਦੌੜੇ। ਅਤੇ ਜਿਹੜਾ ਇਹਨਾਂ ਦਾ ਵੱਡਾ ਕਮਾਂਡਰ ਅਫਸਰ ਸੀ ਉਹ ਵੀ ਹੌਸਪੀਟਲ ਦੇ ਵਿੱਚ ਹੀ ਘੁੰਮ ਰਿਹਾ ਸੀ। ਉਹਨੂੰ ਪਤਾ ਲੱਗਿਆ ਹਰਦਿਆਲ ਸਿੰਘ ਸ਼ਾਇਦ ਭੱਜ ਗਿਆ। ਸਾਰਾ ਕਹਿੰਦੇ ਸਟਾਫ ਪਿੱਛੇ ਭੱਜਾ, ਪਰ ਹਰਦਿਆਲ ਸਿੰਘ ਦੌੜ ਕੇ ਸੋਢੀ ਸਾਹਿਬ ਕਹਿੰਦੇ ਸਾਡੇ ਚਰਨਾਂ ਦੇ ਵਿੱਚ ਜਿਹੜਾ ਨਾ ਆ ਕੇ ਬੈਠ ਗਿਆ। ਉਹਨੇ ਸਾਡੇ ਜਦ ਚਰਨ ਫੜ ਲਏ, ਸਾਡੇ ਕੋਲ ਆ ਕੇ ਲੰਮਾ ਪੈ ਗਿਆ। ਕਹਿੰਦੇ ਅਸੀਂ ਉਹਨੂੰ ਹੁਣ ਫੜ ਕੇ ਜਿਹੜਾ ਠਾਲਿਆ। ਠਾਲਣ ਤੋਂ ਬਾਅਦ ਕਹਿੰਦੇ ਫਿਰ ਅਸੀਂ ਜਦ ਅਫਸਰ ਕੋਲ ਆਏ, ਉਹਨਾਂ ਨੂੰ ਪੁੱਛਿਆ ਵੀ ਦੱਸੋ ਇਹਨੂੰ ਕੋਈ ਇਸ ਤਰ੍ਹਾਂ ਦੀ ਬਿਮਾਰੀ, ਕੋਈ ਦੁੱਖ ਤਕਲੀਫ? ਉਹ ਕਹਿੰਦੇ ਨਹੀਂ। ਜਲੰਧਰ ਵਾਲਿਆਂ ਨੇ ਵੀ ਇਹਨੂੰ ਹੈ ਨਾ ਕਲੀਅਰ ਸਰਟੀਫਿਕੇਟ ਦਿੱਤਾ ਵੀ ਇਹਨੂੰ ਕੋਈ ਬਿਮਾਰੀ ਨਹੀਂ ਹੈ। ਜਦ ਕਹਿੰਦੇ ਇੰਨੀ ਗੱਲ ਹੋਈ ਤਾਂ ਸੋਢੀ ਸਾਹਿਬ ਕਹਿਣ ਲੱਗੇ ਕਿ ਮੈਂ ਹਰਦਿਆਲ ਸਿੰਘ ਨੂੰ ਥਾਪਨਾ ਦਿੱਤੀ ਅਤੇ ਜਿਹਦੇ ਕਰਕੇ ਹਰਦਿਆਲ ਸਿੰਘ ਜਿਹੜਾ ਸੀ ਨਾ ਵਾਪਸ ਚਲ ਗਿਆ। ਜਦ ਗਿਆ ਤਾਂ ਕਹਿੰਦੇ ਮੈਂ ਕਮਾਂਡਰ ਨੂੰ ਕਹਿ ਤਾ, ਜਦ ਕਹਿੰਦੇ ਵੀ ਇਹਨੂੰ ਕੋਈ ਬਿਮਾਰੀ ਨਹੀਂ, ਡਾਕਟਰ ਨੇ ਵੀ ਕਲੀਅਰ ਕਰ ਦਿੱਤਾ ਅਤੇ ਇਸ ਕਰਕੇ ਇਹਨੂੰ ਕੁਛ ਦਿਨ ਵਾਸਤੇ ਤੁਸੀਂ ਨਾ ਖੁੱਲ੍ਹਾ ਛੱਡ ਦਿਓ। ਫਿਰ ਕਹਿੰਦੇ CEO ਜਿਹੜਾ ਵੱਡਾ ਅਫਸਰ ਸੀ ਹੈ ਨਾ, ਉਹਨੇ ਸਿਫਾਰਿਸ਼ ਕਰ ਦਿੱਤੀ ਇਹਨੂੰ ਹੈ ਨਾ 2 ਮਹੀਨੇ ਦੀ ਜਿਹੜੀ ਛੁੱਟੀ ਹੈਗੀ ਆ ਉਹ ਪਿੰਡ ਭੇਜ ਦਿਓ। ਕਹਿੰਦੇ ਹਰਦਿਆਲ ਸਿੰਘ ਦੀ ਛੁੱਟੀ ਮਨਜ਼ੂਰ ਹੋਈ। ਉਸ ਤੋਂ ਬਾਅਦ ਉਹਨੂੰ ਪਿੰਡ ਭੇਜ ਦਿੱਤਾ। ਹੁਣ ਇਹਦੇ ਵਿੱਚ 2 ਮਹੀਨੇ ਜਿਹੜਾ ਹਰਦਿਆਲ ਸਿੰਘ ਪਹਿਲਾਂ ਡਲਹੌਜੀ ਰਿਹਾ, 2 ਮਹੀਨੇ ਜਲੰਧਰ ਹੌਸਪੀਟਲ ਰਿਹਾ, 2 ਮਹੀਨੇ ਦੀ ਛੁੱਟੀ। ਭਾਵ ਕੀ ਆ, ਵਾਹਿਗੁਰੂ ਜੀ ਨੇ ਹਰਦਿਆਲ ਸਿੰਘ ਨੂੰ ਬਿਲਕੁਲ ਖੁੱਲ੍ਹਾ ਟਾਈਮ ਦਿੱਤਾ 6 ਮਹੀਨੇ ਦਾ। ਅਤੇ 6 ਮਹੀਨੇ ਹਰਦਿਆਲ ਸਿੰਘ ਨੇ ਬਿਲਕੁਲ ਚੁੱਪ ਹੋ ਕੇ ਮੌਨ ਧਾਰ ਕੇ ਹੈ ਨਾ ਪਰਮੇਸ਼ਰ ਦਾ ਐਸਾ ਨਾਮ ਅੰਦਰੋਂ ਅੰਦਰੀ ਜਪਿਆ, ਧਿਆਇਆ, ਆਰਾਧਿਆ, ਉਸ ਆਨੰਦ ਵਿੱਚ ਮਗਨ ਰਿਹਾ ਕਿ ਹਰਦਿਆਲ ਸਿੰਘ ਜੀ ਜਿਹੜੇ ਫਿਰ ਬਿਲਕੁਲ ਸੰਤ ਬਣ ਗਏ ਸੀਗੇ। ਆਪਣੇ ਸੰਤ ਪਦਵੀ ਦੇ ਉੱਤੇ ਜਿਹੜੇ ਸੀਗੇ ਉਹ ਪਹੁੰਚ ਗਏ ਸੀਗੇ। ਇਹ ਕੀ ਆ? ਇਹ ਸਾਰਾ ਕੁਛ ਹੈ ਨਾ ਸਾਧਨਾ, ਭਜਨ, ਸਿਮਰਨ ਦੇ ਵਿੱਚ ਸਿਦਕ ਦਾ ਫਲ ਹੈਗਾ। ਭਾਵ ਕੀ ਹੈ ਕਿ ਜਿਹੜੀ ਗੱਲ ਕਿਸੇ ਗੁਰੂ ਦੇ ਪਿਆਰੇ ਨੇ ਦੱਸੀ ਹੈ ਨਾ, ਅਗਰ ਅਸੀਂ ਉਸ 'ਤੇ ਅਮਲ ਕਰ ਜਾਈਏ ਤਾਂ ਜਿਹੜਾ ਇਨਸਾਨ ਹੈਗਾ ਉਹ ਜਿੱਥੇ ਦੇਵਤਾ ਬਣ ਸਕਦਾ, ਦੇਵਤੇ ਤੋਂ ਪਰਮੇਸ਼ਰ ਹੋ ਸਕਦਾ। ਜਿਵੇਂ ਹਰਦਿਆਲ ਸਿੰਘ ਨੇ ਹਰਭਜਨ ਸਿੰਘ ਸੋਢੀ ਹੁਣਾਂ ਦੇ ਇੱਕੋ ਹੀ ਜਿਹੜੀ ਕਥਾ ਸੀਗੀ, ਉਸ ਕਥਾ ਨੂੰ ਗੁਰਦੁਆਰੇ ਸਰਵਣ ਕੀਤਾ ਸੀਗਾ ਵੀ ਜਦੋਂ ਗੁਰੂ ਘਰ ਜਾਈਏ ਕਿਵੇਂ ਜਾਣਾ ਚਾਹੀਦਾ ਹੈਗਾ। ਕਬੀਰ ਸਾਧੂ ਕੋ ਮਿਲਣੇ ਜਾਈਏ, ਸਾਥ ਨਾ ਲੀਜੇ ਕੋਏ, ਪਾਛੇ ਪਾਉ ਨਾ ਦੀਜੇ, ਆਗੇ ਹੋ ਸੂ ਹੋਏ। ਇਸ ਦੇ ਉੱਤੇ ਹਰਦਿਆਲ ਸਿੰਘ ਨੇ ਪੂਰਾ ਅਮਲ ਕੀਤਾ ਤਾਂ ਦੇਖੋ ਐਸੀ ਕਿਰਪਾ ਕੀਤੀ ਆ ਤੇ ਬਿਲਕੁਲ ਮੋਨੀ ਸਾਧੂ ਹੋ ਗਏ ਸੀ। ਜਿਹਨਾਂ ਨੂੰ ਭਾਈ ਗੁਰਦਾਸ ਹੋਣਾ ਨੇ ਲਿਖਿਆ ਹੈਗਾ, ਉਹਨੇ ਇਹ ਗੱਲ ਲਿਖ ਦਿੱਤੀ ਆ ਕਿ ਰੱਬ ਦੀ ਜਿਹੜੀ ਆਨੰਦ ਦੀ ਪ੍ਰਾਪਤੀ ਹੈ ਨਾ, ਇਹ 2 ਤਰ੍ਹਾਂ ਦੇ ਪ੍ਰਾਣੀਆਂ ਨੂੰ ਹੁੰਦੀ ਆ। ਇੱਕ ਪ੍ਰਾਣੀ ਉਹ ਹੁੰਦੇ ਆ ਜਿਹੜੇ ਆਨੰਦ ਦੇ ਵਿੱਚ ਪੂਰੀ ਤਰ੍ਹਾਂ ਗਵਾਚ ਜਾਂਦੇ ਆ, ਜਿਵੇਂ ਹਰਦਿਆਲ ਸਿੰਘ ਗਵਾਚਿਆ ਸੀਗਾ। ਹਰਦਿਆਲ ਸਿੰਘ ਗਵਾਚਣ ਦੇ ਨਾਲ ਹੈ ਨਾ ਇਨਸਾਨ ਜਿਹੜਾ ਹੈ ਨਾ ਬਿਲਕੁਲ ਮੋਨੀ ਹੋ ਜਾਂਦਾ, ਜਿਵੇਂ ਹਰਦਿਆਲ ਸਿੰਘ ਹੋਏ ਸੀ। ਸੋ ਦੂਸਰੇ ਜਿਹੜੇ ਗੁਰੂ ਘਰ ਦੇ ਗੁਰਸਿੱਖ ਹੈਗੇ ਆ, ਉਹ ਇਸ ਤਰ੍ਹਾਂ ਦੇ ਹੁੰਦੇ ਜਿਵੇਂ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਹੋਏ। ਜਦੋਂ ਵਾਹਿਗੁਰੂ ਜੀ ਨੇ ਦਰਸ਼ਨ ਦਿੱਤੇ ਹੈ ਨਾ, ਉਸ ਟਾਈਮ ਫਿਰ ਭਾਈ ਸਾਹਿਬ ਭਾਈ ਰਣਧੀਰ ਸਿੰਘ ਹੋਣੀ ਉਹ ਲਿਖਦੇ ਵੀ ਅਸੀਂ ਹੈ ਨਾ 2-3 ਮਹੀਨੇ ਪਹਾੜਾਂ ਦੇ ਉੱਪਰ ਖੁਸ਼ੀ ਦੇ ਵਿੱਚ ਨੱਚਦੇ ਰਹੇ। ਇਹ ਜਿਹੜੀ ਖੁਸ਼ੀ ਸੀ ਵਾਹਿਗੁਰੂ ਨੂੰ ਮਿਲਣ ਦੀ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰੂ ਨਦਰ ਕਰਿਆ ਸੀ, ਨਦਰ ਹੋਈ ਸੀ, ਸਾਡੇ ਕੋਲ ਸੰਭਾਲੀ ਨਹੀਂ ਸੀ ਜਾਂਦੀ। ਸੋ ਕਹਿਣ ਤੋਂ ਭਾਵ ਇਹ ਹੈ ਕਿ ਭਾਈ ਸਾਹਿਬ ਭਾਈ ਗੁਰਦਾਸ ਨੇ ਲਿਖਿਆ ਹੈਗਾ ਕਿ ਜਾਂ ਤਾਂ ਬੰਦਾ ਜਿਹੜਾ ਹੈਗਾ ਉਹ ਰੱਬ ਦੇ ਦਰਸ਼ਨ ਕਰਨ ਦੇ ਨਾਲ ਜਿਹੜਾ ਸੀਗਾ ਉਹ ਸ਼ਹੀਦ ਹੋ ਜਾਂਦਾ। ਜਿਵੇਂ ਜਿਹੜੇ ਯੋਧੇ ਜੰਗ 'ਚ ਜਾਂਦੇ ਆ, ਅਗਰ ਜੰਗ ਦੇ ਵਿੱਚ ਉਹ ਜਾ ਕੇ ਜਦੋਂ ਜੰਗ ਲੜਦੇ ਹਨ, ਬਸ ਜੇ ਤਾਂ ਉਹ ਜੰਗ ਜਿੱਤ ਜਾਣ ਤਾਂ ਫਿਰ ਉਹ ਘਰ ਆ ਕੇ ਜੰਗ ਦੀ ਖੁਸ਼ੀ ਦੇ ਵਿੱਚ ਜਿੰਨੇ ਉਹਨਾਂ ਦੇ ਯਾਰ ਦੋਸਤ ਸੱਜਣ ਉਹ ਜੰਗ ਦਾ ਹਾਲ ਸੁਣਾਉਂਦੇ। ਜਿਵੇਂ ਭਾਈ ਸਾਹਿਬ ਭਾਈ ਰਣਧੀਰ ਸਿੰਘ ਹੋਣਾ ਨੇ ਜਿਹੜਾ ਸੀ ਵਾਹਿਗੁਰੂ ਨੂੰ ਮਿਲਣ ਦੀ ਸਾਰੀ ਜਿਹੜੀ ਗੱਲ ਸੀਗੀ ਉਹ ਸੰਗਤਾਂ 'ਚ ਖੋਲ੍ਹੀ ਆ ਕਿ ਕਿਵੇਂ ਵਾਹਿਗੁਰੂ ਨੇ ਸਾਨੂੰ ਦੀਦਾਰ ਦਿੱਤੇ ਅਤੇ ਖੁਸ਼ੀ ਸਾਡੇ ਕੋਲ ਸੰਭਾਲੀ ਨਹੀਂ ਸੀ ਜਾਂਦੀ। ਜਾਂ ਉਹ ਜਿਹੜੇ ਗੁਰਸਿੱਖ ਹੈਗੇ ਆ
ਜਿਹੜੇ ਉਸ ਜੰਗ ਦੇ ਮੈਦਾਨ 'ਚ ਸ਼ਹੀਦ ਹੋ ਜਾਂਦੇ, ਸ਼ਹੀਦ ਹੋਣ ਨਾਲ ਜਿਵੇਂ ਭਾਈ ਸਾਹਿਬ ਭਾਈ ਹਰਦਿਆਲ ਸਿੰਘ ਜੀ, ਉਹਦੇ ਨਾਲ ਉਹ ਗੁਰਸਿੱਖ ਜਿਹੜੇ ਹਨ ਮੋਨੀ ਹੋ ਜਾਂਦੇ ਆ। ਜਿਹੜੇ ਜੰਗ ਜਿੱਤ ਕੇ ਜਾਂਦੇ ਆ ਉਹ ਹਾਲ ਚਾਲ ਸੁਣਾਉਂਦੇ ਆ, ਅਤੇ ਜਿਹੜੇ ਸ਼ਹੀਦ ਹੋ ਜਾਂਦੇ ਆ ਉਹ ਫਿਰ ਸਦਾ ਵਾਸਤੇ ਚੁੱਪ ਕਰ ਜਾਂਦੇ। ਇੱਕ ਮੋਨੀ ਸਾਧੂ ਬਿਰਤੀ ਜਾਣੀ ਆਨੰਦ ਦੇ ਵਿੱਚ ਗਵਾਚ ਜਾਂਦੇ ਆ। ਸੋ ਇਹ ਹੈ ਸਿਦਕ ਦਾ ਫਲ। ਇਸੇ ਤਰ੍ਹਾਂ ਦੀ ਹੈ ਨਾ ਇੱਕ ਦੂਸਰੀ ਘਟਨਾ ਜਿਹੜੀ ਹੈ, ਉਹ ਸੰਤ ਸਿੰਘ ਮਸਕੀਨ ਹੋਣਾ ਨੇ ਜਿਹੜੀ ਸੀ ਉਹ ਇੰਗਲੈਂਡ ਦੀ ਜਿਹੜੀ ਸੀ ਉਹ ਦੱਸੀ ਸੀ। ਕਹਿੰਦੇ ਵੀ ਇੱਕ ਵਾਰ ਮੈਂ ਇੰਗਲੈਂਡ 'ਚ ਗਿਆ ਸੀਗਾ, ਜਿਸ ਜਗ੍ਹਾ ਕਹਿੰਦੇ ਅਸੀਂ ਗੁਰਦੁਆਰੇ ਸਾਹਿਬ ਦੇ ਵਿੱਚ ਕਥਾ ਕਰਨ ਲੱਗੇ ਸੀ ਨਾ, ਅਤੇ ਉੱਥੇ ਇੱਕ ਸੱਜਣ ਸਾਨੂੰ ਮਿਲੇ। ਕਹਿੰਦੇ ਉਹ ਮੈਨੂੰ ਕਹਿਣ ਲੱਗੇ ਕਿ ਅਸੀਂ ਤੁਹਾਡੇ ਨਾਲ ਕੋਈ ਖਾਸ ਗੱਲ ਕਰਨੀ ਆ। ਮਸਕੀਨ ਸਾਹਿਬ ਕਹਿਣ ਲੱਗੇ ਕਿ ਦੱਸੋ ਕੀ ਖਾਸ ਗੱਲ ਕਰਨੀ ਆ। ਉਹ ਕਹਿਣ ਲੱਗੇ ਕਿ ਦੇਖੋ ਇੰਨਾ ਟਾਈਮ ਹੋ ਗਿਆ, ਮੈਂ ਸਿਮਰਨ ਸਾਧਨਾ ਵੀ ਕਰਦਾ, ਸੇਵਾ ਵੀ ਕਰਦਾ, ਅਤੇ 16 ਘੰਟੇ ਗੁਰਬਾਣੀ ਦਾ ਜਿਹੜਾ ਰੋਜ਼ ਨੇਮ ਵੀ ਕਰਦਾ ਹੈ, 16 ਘੰਟੇ ਲਗਾਤਾਰ ਬਾਣੀ ਵੀ ਪੜ੍ਹਦਾ ਹੈ, ਪਰ ਅਜੇ ਤੱਕ ਮੇਰੀ ਕੋਈ ਖੇਡ ਨਹੀਂ ਬਣੀ। ਭਾਵ ਕੀ ਆ ਕਿ ਜਿੱਦਾਂ ਦਾ ਸੀਗਾ ਉੱਦਾਂ ਦਾ ਹੀ ਆ। ਮਨ ਫੇਰ ਵੀ ਜਿਹੜਾ ਹੈ ਨਾ ਉਹ ਬਿਲਕੁਲ ਖਾਲੀ ਹੈ, ਕਿਸੇ ਤਰ੍ਹਾਂ ਦੀ ਕੋਈ ਪ੍ਰਾਪਤੀ ਨਹੀਂ ਹੋਈ। ਅਤੇ ਇੱਥੋਂ ਤੱਕ ਉਹ ਸੱਜਣ ਨੇ ਮਸਕੀਨ ਸਾਹਿਬ ਉਹਨਾਂ ਨੂੰ ਇਹ ਦੱਸਿਆ ਸੀਗਾ ਕਿ ਕਈ ਵਾਰੀ ਤਾਂ ਮੇਰੇ ਮਨ ਦੇ ਵਿੱਚ ਇਹ ਜਿਹੜਾ ਸ਼ੰਕਾ ਬਣ ਜਾਂਦਾ ਕਿ ਕੀ ਰੱਬ ਹੈ ਜਾਂ ਨਹੀਂ ਆ। ਜਦੋਂ ਇਹ ਜਿਹੜੀ ਹੈ ਨਾ ਦਿਲ ਦੀ ਗੱਲ ਸੀਗੀ, ਉਹ ਸੱਜਣ ਨੇ ਇੰਗਲੈਂਡ ਦੇ ਵਿੱਚ ਮਸਕੀਨ ਸਾਹਿਬ ਨਾਲ ਸਾਂਝੀ ਕੀਤੀ ਸੀਗੀ। ਫਿਰ ਮਸਕੀਨ ਜੀ ਆਖਿਆ ਸੀ, ਕਹਿੰਦੇ ਕਿ ਮੈਨੂੰ ਸੁੱਤੇ ਸਿੱਧੇ ਕਹਿ ਤਾ ਕਿ ਇਹਦਾ ਕਾਰਨ ਇੱਕੋ ਹੀ ਆ ਕਿ ਅਸੀਂ ਜਿਹੜੀ ਮਿਹਨਤ ਕਰਦੇ ਹਾਂ ਨਾ, ਮਿਹਨਤ ਕਰਕੇ ਜੋ ਬੀਜ ਬਣਦਾ ਹੈਗਾ ਫਲ ਦੇ ਵਿੱਚੋਂ ਨਿਕਲਦਾ, ਉਹ ਬੀਜ ਜਿਹੜਾ ਨਾ ਅਸੀਂ ਆਪਣੇ ਹੱਥਾਂ 'ਚ ਰੱਖ ਲੈਂਦੇ ਹਾਂ। ਅਤੇ ਅਗਰ ਇਹ ਬੀਜ ਜਿਹੜਾ ਹੈਗਾ ਹੱਥਾਂ 'ਚ ਰੱਖਣ ਦੀ ਬਜਾਏ ਅਸੀਂ ਵਾਹਿਗੁਰੂ ਨੂੰ ਦੇ ਦਈਏ, ਇਸ ਨੂੰ ਬੀਜ ਦੇਈਏ, ਅਤੇ ਫਿਰ ਕਹਿੰਦੇ ਦੇਖੋ ਕਿੰਨਾ ਪ੍ਰਫੁੱਲਤ ਹੁੰਦਾ ਹੈ। ਸੋ ਮਸਕੀਨ ਸਾਹਿਬ ਉਹਨਾਂ ਨੇ ਉਹਨੂੰ ਦੱਸਿਆ ਸੀਗਾ ਕਿ ਕਹਿਣ ਦਾ ਭਾਵ ਇਹ ਹੈਗਾ ਕਿ ਜਿੰਨਾ ਵੀ ਅਸੀਂ ਭਜਨ ਸਿਮਰਨ ਪਾਠ ਕਰਦੇ ਹਾਂ ਨਾ, ਇਹ ਜਿਹੜਾ ਭਜਨ ਸਿਮਰਨ ਪਾਠ ਵਾ, ਇਹਦੀ ਜਿਹੜੀ ਰੋਜ਼ ਦੀ ਰੋਜ਼ ਭੇਟਾ ਹੈ ਨਾ, ਜੋ ਇਹਦਾ ਫਲ ਦਾ ਇਕੱਠ ਹੈਗਾ, ਇਸ ਨੂੰ ਅਸੀਂ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਰੱਖ ਦਈਏ ਕਿ ਇਹ ਸੱਚੇ ਪਾਤਸ਼ਾਹ ਤੈਂ ਕਿਰਪਾ ਕੀਤੀ, ਮੇਰੇ ਕੋਲ ਇੰਨਾ ਸਿਮਰਨ ਕਰਾਇਆ, ਇੰਨੀ ਸੇਵਾ ਕਰਾਈ, ਇੰਨਾ ਨਾਮ ਜਪਾਇਆ, ਇੰਨਾ ਗੁਰਬਾਣੀ ਦਾ ਪਾਠ ਕਰਾਇਆ, ਇਹ ਸਾਰੀ ਕਿਰਪਾ ਤੇਰੀ ਆ। ਇਸ ਕਰਕੇ ਇਹ ਸਾਰਾ ਕੁਛ ਜੋ ਵੀ ਆ, ਜੋ ਤੂੰ ਮੈਨੂੰ ਕਿਰਪਾ ਦੇ ਰੂਪ 'ਚ ਬਖਸ਼ਿਆ ਨਾ, ਮੈਂ ਤੇਰੇ ਚਰਨਾਂ ਦੇ ਅੱਗੇ ਭੇਟਾ ਕਰਦਾ। ਜਦੋਂ ਕਹਿੰਦੇ ਅਸੀਂ ਇਹ ਸਾਰਾ ਕੁਛ ਭੇਟਾ ਕਰਦੇ ਹਾਂ, ਫਿਰ ਜਦੋਂ ਜਿਸ ਨੂੰ ਅਸੀਂ ਭੇਟਾ ਕੀਤੀ ਹੁੰਦੀ ਆ ਉਹਦੇ ਫਿਰ ਅਸੀਂ ਹੱਕਦਾਰ ਨਹੀਂ ਰਹਿ ਜਾਂਦੇ। ਸੋ ਕਹਿਣ ਤੋਂ ਭਾਵ ਇਹ ਹੈ, ਮਸਕੀਨ ਸਾਹਿਬ ਉਹਨਾਂ ਨੇ ਉਹਨੂੰ ਇਹ ਸਮਝਾਉਣ ਦੀ ਜਿਹੜੀ ਸੀ ਇਹ ਗੱਲ ਦੱਸੀ ਸੀਗੀ ਕਿ ਅਸੀਂ ਜੋ ਵੀ ਪਾਠ ਪੂਜਾ ਜਾਂ ਭਜਨ ਸਿਮਰਨ ਸਾਧਨਾ ਕਰਦੇ ਹਾਂ, ਜਿੰਨਾ ਵੀ ਅਸੀਂ ਕਰਦੇ ਹਾਂ, ਅਸੀਂ ਉਸ ਨੂੰ ਭੁੱਲ ਜਾਈਏ। ਤਾਂ ਭੁੱਲੀਏ ਉਦੋਂ ਭੁੱਲਦੇ ਜਦੋਂ ਅਸੀਂ ਉਹਨੂੰ ਵਾਹਿਗੁਰੂ ਦੇ ਅੱਗੇ ਸਮਰਪਿਤ ਕਰ ਦਿੰਦੇ ਹਾਂ। ਫਿਰ ਕਹਿੰਦੇ ਜਦੋਂ ਬੀਜ, ਇਹਨੂੰ ਕਹਿੰਦੇ ਆ ਬੀਜ ਬੀਜਣਾ, ਜਦੋਂ ਕਹਿੰਦੇ ਅਸੀਂ ਬੀਜ ਬੀਜਦੇ ਹਾਂ ਨਾ, ਫਿਰ ਵਾਹਿਗੁਰੂ ਦੀ ਕਿਰਪਾ ਹੋ ਜਾਂਦੀ ਹੈ। ਇੱਕ ਦਿਨ ਜਿਹੜਾ ਬੀਜ ਹੈਗਾ ਫਿਰ ਇਹ ਸਮਾਂ ਪਾ ਕੇ ਇਹ ਬ੍ਰਿਕਸ਼ ਬਣ ਜਾਂਦੇ, ਇਹਨੂੰ ਫਲ ਲੱਗਦੇ ਆ। ਕਹਿੰਦੇ ਇੰਨੀ ਗੱਲ ਹੋਈ। ਉਹ ਜਿਹੜੀ ਗੱਲ ਸੀ ਹੈ ਨਾ, ਉਹ ਸੱਜਣ ਦੇ ਸਮਝ ਦੇ ਵਿੱਚ ਜਿਹੜੀ ਸੀ ਉਹ ਬੈਠ ਗਈ। ਕਹਿੰਦੇ ਹਜੇ ਮਸਕੀਨ ਸਾਹਿਬ ਕਹਿਣ ਲੱਗੇ ਕਿ ਹਜੇ ਤੀਸਰਾ ਦਿਨ ਹੋਇਆ ਮੈਨੂੰ ਕਥਾ ਕਰਦੇ ਨੂੰ। ਜਦ ਤੀਸਰਾ ਦਿਨ ਹੋਇਆ ਤਾਂ ਕਹਿੰਦੇ ਤੀਜੇ ਦਿਨ ਉਹ ਸੱਜਣ ਫਿਰ ਮੈਨੂੰ ਗੁਰਦੁਆਰਾ ਸਾਹਿਬ 'ਚ ਮਿਲੇ, ਪਰ ਉਹਨਾਂ ਦੇ ਚਿਹਰੇ 'ਤੇ ਬੜਾ ਜਲੌਦ ਸੀਗਾ, ਬੜੇ ਪ੍ਰਸੰਨ ਸੀ ਅਤੇ ਬੜੇ ਕਹਿੰਦੇ ਖੁਸ਼ ਸੀਗੇ। ਕਹਿੰਦੇ ਮੈਨੂੰ ਮਿਲਦੇ ਸਾਰੀ ਕਹਿਣ ਲੱਗੇ, ਕਹਿੰਦੇ ਮਸਕੀਨ ਜੀ, ਕਹਿੰਦੇ ਗੱਲ ਬਣ ਗਈ ਆ। ਕਹਿੰਦੇ ਮੈਂ ਬੜਾ ਹੈਰਾਨ, ਮੈਂ ਕਿਹਾ ਕੀ ਗੱਲ ਬਣ ਗਈ? ਕਹਿੰਦੇ ਜੋ ਤੁਸੀਂ ਕਿਹਾ ਸੀਗਾ ਹੈ ਨਾ, ਕਹਿੰਦੇ ਉਹ ਗੱਲ ਹੋ ਗਈ। ਕਹਿੰਦੇ ਉਹ ਆਪ ਹੀ ਮੈਨੂੰ ਕਹਿਣ ਲੱਗੇ, ਕਹਿੰਦੇ ਕਿ ਰਾਤੀ ਮੈਂ ਜਿਹੜਾ ਸੀ ਭਜਨ ਸਿਮਰਨ 'ਤੇ ਬੈਠਾ ਸੀਗਾ, ਜਦ ਮੈਂ ਭਜਨ ਸਿਮਰਨ 'ਤੇ ਬੈਠਾ ਅਤੇ ਐਸੀ ਕਹਿੰਦੇ ਸੁਰਤ ਜਿਹੜੀ ਸੀ ਉਹ ਵਾਹਿਗੁਰੂ ਦੇ ਨਾਲ ਜੁੜੀ ਆ, ਪਰ ਯਕਦਮ ਕਹਿੰਦੇ ਜਦੋਂ ਮੇਰੀ ਸੁਰਤ ਟੁੱਟੀ, ਮੈਂ ਕੀ ਦੇਖਿਆ ਕਿ ਜਿਹੜਾ ਮੈਂ ਸੀਗਾ ਆਪਣੇ ਬਿਸਤਰੇ ਬੈੱਡ ਤੋਂ ਕਹਿੰਦੇ ਪੂਰੀ ਛੱਤ ਦੇ ਨਾਲ ਲੱਗਾ ਸੀ। ਜਦ ਛੱਤ ਦੇ ਨਾਲ ਮੇਰਾ ਕਹਿੰਦੇ ਜਿਹੜਾ ਉਹ ਸਿਰ ਛੱਤ ਦੇ ਵਿੱਚ ਲੱਗਾ ਸੀ, ਅਤੇ ਉਸ ਸਿਰ ਦੇ ਲੱਗਣ ਕਰਕੇ ਕਹਿੰਦੇ ਮੇਰੀ ਜਿਹੜੀ ਸੁਰਤ ਸੀ ਵਾਪਸ ਆਈ ਸੀ। ਪਰ ਕਹਿੰਦੇ ਮੈਂ ਹੈਰਾਨ ਸੀਗਾ ਕਿ ਮੈਂ ਬੈੱਡ ਤੋਂ ਇੰਨਾ ਉੱਪਰ ਉੱਚਾ ਜਿਹੜਾ ਹੈ ਉਹ ਕਿਵੇਂ ਉੱਠ ਗਿਆ ਹੈਗਾ। ਕਹਿੰਦੇ ਜਦ ਫਿਰ ਮੈਂ ਇਹ ਦੇਖ ਰਿਹਾ ਸੀਗਾ ਅਤੇ ਮੈਂ ਕੁਛ ਸੋਚ ਕੇ ਘਬਰਾ ਗਿਆ ਸੀ, ਪਰ ਇਹਦੇ ਨਾਲ ਹੀ ਕਹਿੰਦੇ ਫਿਰ ਮੈਂ ਹੌਲੀ ਹੌਲੀ ਮੁੜ ਕੇ ਫਿਰ ਬੈੱਡ 'ਤੇ ਉਤਰ ਗਿਆ ਸੀਗਾ। ਕਹਿੰਦੇ ਜਦੋਂ ਇਹ ਗੱਲ ਹੋਈ ਤਾਂ ਕਹਿੰਦੇ ਵੀ ਫਿਰ ਅਸੀਂ ਉਹਨੂੰ ਆਖਿਆ ਹੈਗਾ ਕਿ ਤੇਰੇ 'ਤੇ ਵਾਹਿਗੁਰੂ ਦੀ ਕਿਰਪਾ ਹੋ ਗਈ ਆ, ਪਰ ਗੱਲ ਇਹ ਹੈਗੀ ਆ ਕਿ ਇਹ ਜੋ ਤੈਨੂੰ ਦਾਤ ਹੁਣ ਪਰਮੇਸ਼ਰ ਨੇ ਦਿੱਤੀ ਆ ਨਾ, ਬਸ ਇਹ ਦਾਤ ਨੂੰ ਕਿਸੇ ਨਾਲ ਸਾਂਝਾ ਨਾ ਕਰੀ, ਆਪਣੇ ਆਪ ਨੂੰ ਸੰਭਾਲ ਕੇ ਰੱਖੀ, ਕਿਉਂ ਅੱਗੇ ਤੋਂ ਅੱਗੇ ਜਿਹੜੀ ਹੈ ਨਾ ਜੋ ਸਿਦਕ ਦਾ ਫਲ ਹੈਗਾ ਉਹ ਹੋਰ ਵੀ ਗਹਿਰਾ ਮਿੱਠਾ ਅਤੇ ਸਵਾਦਲਾ ਹੁੰਦਾ ਜਾਊਗਾ। ਫਿਰ ਮਸਕੀਨ ਸਾਹਿਬ ਨੂੰ ਦੱਸਿਆ ਸੀ ਕਿ ਅਸੀਂ 2-3 ਗੱਲਾਂ ਜਿਹੜੀ ਅਸੀਂ ਉਹਨੂੰ ਆਉਣ ਵਾਲੇ ਸਮੇਂ ਦੀਆਂ ਹੋਰ ਵੀ ਦੱਸੀਆਂ। ਬਸ ਕਹਿੰਦੇ ਜਦੋਂ ਉਹਨੇ ਸਾਰੀ ਗੱਲਬਾਤ ਸੁਣੀ ਆ, ਉਸ ਤੋਂ ਬਾਅਦ ਕਹਿੰਦੇ ਉਹ ਸੱਜਣ ਜਿਹੜੇ ਸੀਗੇ, ਕਿਉਂਕਿ ਗੁਰਦੇ ਦਾ ਪ੍ਰਕਾਸ਼ ਉੱਪਰ ਸੀਗਾ, ਕਹਿੰਦੇ ਜਦੋਂ ਉੱਪਰਲੀ ਬਿਲਡਿੰਗ 'ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਰ ਆਪਣੇ ਸਨਮੁਖ ਦਰਸ਼ਨ ਕਰਨ ਗਏ ਉਹ ਸੱਜਣ, ਕਹਿੰਦੇ ਅਸੀਂ ਕੀ ਦੇਖਿਆ
ਕਿ ਉਹ ਜਦੋਂ ਡੰਡੌਤ ਕਰਕੇ ਲੰਮੇ ਪਏ ਕਹਿੰਦੇ ਉੱਠੇ ਹੀ ਨਹੀਂ, ਬਹੁਤ ਢੇਰ ਲੰਮੇ ਜਿਹੜੇ ਸੀ ਉਹ ਪੈ ਰਹੇ। ਐਸੀ ਕਹਿੰਦੇ ਕਿਰਪਾ ਹੋਈ। ਪਰ ਮੈਨੂੰ ਸੰਗਤ ਨੇ ਦੱਸਿਆ ਵੀ ਜਿਹੜੇ ਸੱਜਣ ਤੁਹਾਡੇ ਨਾਲ ਗੱਲਬਾਤ ਕਰਕੇ ਗਏ ਆ, ਉਹ ਜਾਣ ਲੱਗੇ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਨ ਲੱਗੇ ਸੀ ਹੈ ਨਾ, ਉਦੋਂ ਦੇ ਲੰਮੇ ਪਏ ਅਜੇ ਤੱਕ ਉੱਠੇ ਨੇ। ਜਦ ਕਹਿੰਦੇ ਸੰਗਤ ਨੇ ਇਹ ਗੱਲ ਮੈਨੂੰ ਦੱਸੀ ਸੀ, ਫਿਰ ਮਸਕੀਨ ਸਾਹਿਬ ਕਹਿਣ ਲੱਗੇ, ਕਹਿੰਦੇ ਕਿ ਅਸੀਂ ਜਿਹੜੀ ਉਹਨਾਂ ਨੂੰ ਇਹ ਗੱਲ ਕਹਿਤੀ ਸੀ ਕਿ ਇਹ ਹੁਣ ਸੱਜਣ ਜਿਹੜੇ ਹਨ ਹੁਣ ਸਧਾਰਨ ਪ੍ਰਾਣੀ ਨਹੀਂ ਰਹੇ, ਇਹ ਹੁਣ ਸੰਤ ਰੂਪ ਹੋ ਗਏ ਆ, ਇਹਨਾਂ 'ਤੇ ਐਸੀ ਕਿਰਪਾ ਹੋ ਗਈ ਆ। ਜੈਸੀ ਕਿਰਪਾ ਜਿਹੜੀ ਹੈ ਨਾ ਭਾਈ ਸਾਹਿਬ ਭਾਈ ਹਰਦਿਆਲ ਸਿੰਘ ਨੈਸ ਲਾਇਕ ਜਿਹੜੇ ਸੀਗੇ ਉਹਨਾਂ ਦੇ ਟਾਈਮ, ਹਰਭਜਨ ਸਿੰਘ ਸੋਢੀ ਦੇ ਟਾਈਮ ਹੋਈ ਸੀ। ਸੋ ਕਹਿਣ ਤੋਂ ਭਾਵ ਇਹ ਆ ਕਿ ਜਿਹੜੇ ਗੁਰਮੁਖ ਪਿਆਰੇ ਗੁਰੂ ਸਾਹਿਬ ਮਹਾਰਾਜ ਦੇ ਦਿੱਤੇ ਉਪਦੇਸ਼ਾਂ ਨੂੰ ਕਮਾਉਂਦੇ ਆ, ਆਪਣੇ ਅੰਦਰ ਵਸਾਉਂਦੇ ਆ, ਅਤੇ ਬਸ ਉਸ ਤੋਂ ਬਾਅਦ ਉਹਨਾਂ ਉੱਤੇ ਐਸੀ ਕਿਰਪਾ ਹੋ ਜਾਂਦੀ ਆ ਜਿਸ ਨੂੰ ਅਸੀਂ ਕਹਿੰਦੇ ਕਿ ਸਿਮਰਨ ਸਾਧਨਾ ਵਿੱਚ ਸਿਦਕ ਦਾ ਫਲ। ਇਹ ਸਿਦਕ ਦਾ ਫਲ ਕੀ ਆ ਕਿ ਵਾਹਿਗੁਰੂ ਵਿੱਚ ਗਵਾਚ ਜਾਣਾ, ਅਭੇਦ ਹੋ ਜਾਣਾ, ਆਨੰਦ ਦੇ ਵਿੱਚ ਮਗਨ ਹੋ ਜਾਣਾ, ਸਦਾ ਦੀਆਂ ਖੁਸ਼ੀਆਂ ਪ੍ਰਾਪਤ ਹੋ ਜਾਣੀਆਂ, ਮਾਇਆ ਤੋਂ ਦੂਰ ਹੋ ਜਾਣਾ, ਦੁੱਖਾਂ ਸੁੱਖਾਂ ਤੋਂ ਉੱਪਰ ਉੱਠ ਜਾਣਾ, ਬੇਪਰਵਾਹੀ ਹੋ ਜਾਣੀ, ਮਸਤੀ ਹੋ ਜਾਣੀ, ਨਿਰਭਉਤਾ ਆ ਜਾਣੀ, ਨਿਰਵੈਰਤਾ ਆ ਜਾਣੀ। ਅਤੇ ਜਿੱਥੇ ਕਿੱਥੇ ਵੀ ਵਾਹਿਗੁਰੂ ਪਰਮੇਸ਼ਰ ਦੇ ਪ੍ਰਤੱਖ ਦਰਸ਼ਨ ਜਿਹੜੇ ਉਹ ਹੋਣੇ ਆ। ਸੋ ਇਹ ਹੈ ਸਿਦਕ ਦੇ ਜਿਹੜੇ ਫਲ ਹੈਗੇ ਆ ਉਹ ਅੱਗੇ ਤੋਂ ਅੱਗੇ ਜਿਹੜੇ ਹੈਗੇ ਆ ਉਹ ਖੁੱਲ੍ਹਦੇ ਜਾਂਦੇ ਆ। ਸੋ ਦੱਸ ਇੰਨੇ ਹੀ ਜਿਹੜੇ ਵਚਨ ਕਰਦਾ ਹੋਇਆ ਖਿਮਾ ਦਾ ਜਾ ਚੁੱਕਾ ਜੀ, ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।